G20 ਸੰਮੇਲਨ ਦੇ ਮੁਕਾਬਲੇ ਪੰਜਾਬ ਦੀਆਂ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਰੱਖਣ ਦੇ ਲਈ ਦਲ ਖਾਲਸਾ ਵੱਲੋਂ ਜੋ ਪੰਜਾਬ ਸਮਿਟ ਰੱਖਿਆ ਗਿਆ ਜਿਹਨੂੰ ਆਪਾਂ P20 ਕਹਿ ਰਹੇ ਹਾਂ, ਉਹਨਾਂ ਵਿੱਚ ਆਏ ਸਮੂਹ ਸਾਧ ਸੰਗਤ ਜੀ, ਬੁਲਾਰਿਆਂ ਤੇ ਪ੍ਰਬੰਧਕ ਸਾਹਿਬਾਨ, ਆਓ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਜੋ ਵਿਸ਼ਾ ਹੈ ਉਹ ਵੀ ਐਜੂਕੇਸ਼ਨ 'ਤੇ ਹੈ। ਬਹੁਤ ਵਧੀਆ ਤਰੀਕੇ ਦੇ ਨਾਲ ਭਾਈ ਸਾਹਿਬ ਹੋਰਾਂ ਨੇ ਬਰੀਫ ਕੀਤਾ ਹੈ ਐਜੂਕੇਸ਼ਨ ਦੀ ਇੰਪੋਰਟੈਂਸ ਨੂੰ। ਬਰੀਫ ਕੀਤਾ ਹੈ ਕਿ ਜਿਹੜੀਆਂ ਕੌਮਾਂ ਸਾਡੇ ਉੱਤੇ ਭਾਰੂ ਪੈ ਰਹੀਆਂ ਨੇ, ਨਸਲਕੁਸ਼ੀ ਕਰਨੀਆਂ ਚਾਹੁੰਦੀਆਂ ਨੇ, ਉਹ ਅੱਜ ਸਾਡੇ ਉੱਤੇ ਜੋ ਮੈਂਟਲ ਜੈਨੋਸਾਈਡ ਹੈ ਉਹਨੂੰ ਚੋਕਦੀਆਂ ਪਈਆਂ ਨੇ। ਅਤੇ ਉਹ ਕਿੱਧਰੋਂ ਸ਼ੁਰੂ ਹੁੰਦਾ ਹੈ? ਜੇ ਆਪਾਂ ਸਿੱਖ ਪੰਥ ਦੇ ਵਿੱਚ ਕੋਈ ਵੀ ਮਸਲਾ ਫੜ ਲਈਏ, ਕੋਈ ਵੀ ਸਟਰਗਲ ਫੜ ਲਈਏ, ਕੋਈ ਲੜਾਈ ਫੜ ਲਈਏ, ਜੇ ਆਪਾਂ ਉਸ ਨੂੰ ਪੂਰਨ ਤੌਰ ਦੇ ਉੱਤੇ, ਸਫਲ ਤੌਰ ਦੇ ਉੱਤੇ ਸੰਪੂਰਨ ਕਰਨਾ ਚਾਹੁੰਦੇ ਹਾਂ ਤੇ ਉਹਦੇ ਨਾਲ ਆਪਾਂ ਨੂੰ ਵੇਖਣਾ ਪਊਗਾ ਕਿ ਆਪਣੀ ਐਜੂਕੇਸ਼ਨ ਕਿੱਥੇ ਖੜੀ ਹੈ। ਪਹਿਲਾਂ ਆਪਣੀ ਐਜੂਕੇਸ਼ਨ 'ਤੇ ਫੋਕਸ ਕਰਨਾ ਪਊਗਾ, ਕਿਉਂਕਿ ਅੱਜ ਆਪਾਂ ਸਟਰਗਲ ਕਰ ਰਹੇ ਹਾਂ, ਪਰ ਕੱਲ੍ਹ ਨੂੰ ਉਸ ਸਟਰਗਲ ਨੂੰ ਕੈਰੀ ਫਾਰਵਰਡ ਕਰਨ ਦੇ ਲਈ ਜੇ ਸਾਡੇ ਕੋਲ ਅੱਜ ਦੀ ਪਨੀਰੀ ਤਿਆਰ ਨਾ ਹੋਏਗੀ, ਕੱਲ੍ਹ ਨੂੰ ਉਹ ਨੌਜਵਾਨ ਉਹ ਸਟਰਗਲ ਨੂੰ ਜਿਹੜਾ ਹੈ ਉਹ ਕੈਰੀ ਫਾਰਵਰਡ ਕਰਨ ਦੇ ਲਈ ਜਿਹੜੀ ਹੈ ਉਹ ਤਿਆਰ ਨਹੀਂ ਹੋਣਗੇ। ਕਿਉਂਕਿ ਇੱਕ ਨੈਸ਼ਨਲਿਸਟਿਕ ਅਪਰੋਚ ਜਿਹੜੀ ਹੈ ਉਹ ਨੇਸ਼ਨ ਵੱਲੋਂ ਲਾਈ ਜਾ ਰਹੀ ਹੈ। ਉਹ ਅਪਰੋਚ ਕੀ ਕਹਿੰਦੀ ਹੈ ਕਿ ਇੱਕ ਐਸੇ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਜਿਹੜੇ ਆਪਣੀ ਹਿਸਟਰੀ ਤੋਂ ਵਾਂਝੇ ਨੇ। ਜਿਹੜੇ ਸਿੱਖ ਕੌਮ ਨੇ ਰਾਜ ਕੀਤਾ ਹੈ, ਸਭ ਤੋਂ ਸ੍ਰੇਸ਼ਟ ਰਾਜ ਕੀਤਾ ਹੈ ਇਸ ਦੁਨੀਆ ਦੇ ਉੱਤੇ, ਸੂਚੀ ਦੇ ਵਿੱਚ ਨੰਬਰ 1 ਆਉਂਦੇ ਨੇ, ਪਰ ਉਹ ਸਿੱਖ ਕੌਮ ਅੱਜ ਦੂਜੇ ਦਰਜੇ ਦੇ ਨਾਗਰਿਕ ਕਿਵੇਂ ਬਣ ਕੇ ਰਹਿ ਗਏ, ਇਸ ਚੀਜ਼ ਦੇ ਉੱਤੇ ਐਜੂਕੇਸ਼ਨ ਜਿਹੜੀ ਹੈ ਉਹ ਵਰਕ ਨਹੀਂ ਕਰਦੀ, ਉਸ 'ਤੇ ਪਰਦਾ ਪਾਇਆ ਜਾਂਦਾ ਹੈ। ਅਤੇ ਨੇਸ਼ਨ ਦੇ ਯੈਸਮੈਨ ਅੱਜ ਪੈਦਾ ਕੀਤੇ ਜਾ ਰਹੇ ਹੈ, ਨੈਸ਼ਨਲਿਸਟਸ ਪੈਦਾ ਕੀਤੇ ਜਾ ਰਹੇ ਹੈ। ਅਤੇ ਜੇ ਮੈਂ ਕਹਾਂ ਕਿ ਐਜੂਕੇਸ਼ਨ ਦਾ ਜਿਹੜਾ ਅੱਜ ਭਗਵਾਂਕਰਨ ਜਿਹੜਾ ਹੈ ਉਹ ਹੁੰਦਾ ਅੱਜ ਨਜ਼ਰ ਆ ਰਿਹਾ ਹੈ। ਵੀਰ ਜੀ ਨੇ ਪਹਿਲਾਂ ਆਪ ਜੀ ਨੂੰ ਬਰੀਫ ਕੀਤਾ ਹੈ ਕਿ ਐਜੂਕੇਸ਼ਨ ਨੇ ਸਾਡਾ ਇੱਕ ਮੋਰਲ ਸੈੱਟ ਕਰਨਾ ਹੁੰਦਾ ਹੈ, ਆਪਣੀ ਜੀਵਨ ਨੂੰ ਬਤੀਤ ਕਰਨ ਦੇ ਲਈ ਇੱਕ ਸਹੀ ਸੇਧ ਦੇਣੀ ਹੁੰਦੀ ਹੈ। ਜੋ ਸਾਡੀ ਸੁਸਾਇਟੀ ਨੂੰ ਸਾਡੀ ਸੇਵਾ ਜਾਣੀ ਹੈ ਤਾਂ ਉਮਰ, ਜੋ ਸਾਡਾ ਸੋਚਣ ਦਾ ਜਿਹੜਾ ਨਜ਼ਰੀਆ ਉਹ ਸਾਡੀ ਐਜੂਕੇਸ਼ਨ ਨੇ ਜਿਹੜਾ ਇਹ ਤੈਅ ਕਰਨਾ ਹੁੰਦਾ ਹੈ। ਪਰ ਅੱਜ ਜਿਹੜਾ ਇਹ ਰਾਦਰ ਦੈਨ ਕਿ ਆਪਾਂ ਖਾਲਸਾ ਰਾਜ ਵਾਂਗ, ਕਿਉਂਕਿ ਖਾਲਸਾ ਰਾਜ ਦੇ ਵਿੱਚ ਆਲਮੋਸਟ 100% ਲਿਟਰੇਸੀ ਸੀ, ਉਹਦੇ ਜਿਹੜੇ ਬੇਸਿਸ ਸੀ ਉਹ ਮੋਰਲ ਐਜੂਕੇਸ਼ਨ ਤੋਂ ਲਏ ਜਾਂਦੇ ਸਨ, ਉਹ ਮੋਰਲ ਐਜੂਕੇਸ਼ਨ ਤੋਂ ਹੀ ਸ਼ੁਰੂ ਹੁੰਦੇ ਸਨ। ਪਰ ਅੱਜ ਇੱਕ ਭਗਵੀ ਮੋਰਲ ਐਜੂਕੇਸ਼ਨ ਜਿਹੜੀ ਦਿੱਤੀ ਜਾਂਦੀ ਹੈ, ਜਿਹੜੀ ਸਿੱਧੀ ਜਿਹੜੀ ਹੈ ਉਹ ਸਿੱਖਾਂ ਨੂੰ ਨੈਸ਼ਨਲਿਸਟ ਬਣਾ ਰਹੀ ਹੈ। ਅਤੇ ਇੱਕ ਅਧੀਨਗੀ ਦਾ ਅਹਿਸਾਸ ਜਿਹੜਾ ਹੈ, ਜਦੋਂ ਆਪਾਂ ਸੁਚੇਤ ਹੁੰਦੇ ਹਾਂ ਅਚੇਤ ਅਵਸਥਾ ਤੋਂ, ਜਦੋਂ ਉਹ ਦੀਵਾ ਬਲ ਜਾਂਦਾ ਹੈ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਜਿੰਨਾ ਵੀ ਅਸੀਂ ਹੁਣ ਤੱਕ ਐਜੂਕੇਸ਼ਨ ਪ੍ਰਾਪਤ ਕਰਦੇ ਆਏ ਹਾਂ ਉਹ ਇੱਕ ਏਜੰਡੇ ਦੇ ਅਧੀਨ ਕਰਦੇ ਆਏ ਹਾਂ। We are being prepared as laborers, we are being prepared as slaves, not as entrepreneurs, or being prepared as world class leaders here in Punjab। ਕਿਉਂਕਿ ਇਹ ਆਪਾਂ ਲੈਕਚਰ ਜਿਹੜਾ ਹੈ ਪਹੁੰਚਾਉਣਾ ਹੈ ਬਾਕੀ ਮੁਲਕਾਂ ਨੂੰ, ਸੋ ਇਸ ਵਿੱਚ ਥੋੜ੍ਹੇ ਜਿਹੀ ਰੈਫਰੈਂਸਿਸ ਜਿਹੜੀਆਂ ਉਹ ਵੀ ਰੱਖੀਆਂ ਜਾਣਗੀਆਂ। ਇੱਕ ਵਿਦਵਾਨ ਹੋਏ ਨੇ, ਕਿਉਂਕਿ ਸਿੱਖ ਐਜੂਕੇਸ਼ਨ ਦਾ ਮਸਲਾ ਹੈ, ਪੰਜਾਬ ਦੇ ਵਿੱਚ ਬਹੁਤ ਨਿੱਕੇ ਪੱਧਰ ਦੇ ਉੱਤੇ ਸਿੱਖ ਐਜੂਕੇਸ਼ਨ ਪੜ੍ਹਾਈ ਜਾਂਦੀ ਹੈ, ਨੈਸ਼ਨਲ ਲੈਵਲ 'ਤੇ ਤਾਂ ਬਿਲਕੁਲ ਵੀ ਨਹੀਂ ਪੜ੍ਹਾਈ ਜਾਂਦੀ। ਉਹਨੇ ਇੱਕ ਚੀਜ਼ ਲਿਖੀ ਹੈ, ਉਹ ਮੈਂ ਤੁਹਾਡੇ ਸਾਹਮਣੇ ਜਿਹੜੀ ਉਹ ਰੱਖਣਾ ਚਾਹੁੰਦਾ ਹੈ। ਉਹ ਇੱਕ ਚੀਜ਼ ਬਿਆਨ ਕਰ ਰਿਹਾ, ਉਹ ਕਹਿੰਦਾ ਦ ਫਰਸਟ ਸਟੈਪ ਇਨ ਲਿਕੁਇਡੇਟਿੰਗ ਅ ਪੀਪਲ ਇਜ਼ ਟੂ ਇਰੇਜ਼ ਇਟਸ ਮੈਮਰੀ। ਕਿ ਕਿਸੇ ਵੀ ਕੌਮ ਨੂੰ ਖਤਮ ਕਰਨਾ ਹੋਏ ਉਹਦੀ ਯਾਦਾਸ਼ਤ ਨੂੰ ਖਤਮ ਕਰ ਦਿਓ। ਉਹ ਕਿਵੇਂ ਹੁੰਦਾ ਹੈ? ਡਿਸਟਰੋਏ ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ, ਦੈਨ ਹੈਵ ਸਮਬਡੀ ਰਾਈਟ ਨਿਊ ਬੁੱਕਸ, ਮੈਨੂਫੈਕਚਰ ਕਲਚਰ ਐਂਡ ਇਨਵੈਂਟ ਨਿਊ ਹਿਸਟਰੀ। ਕਹਿਣ ਤੋਂ ਭਾਵ ਆ ਕਿ ਅੱਜ ਜੋ ਰਲਗੱਟ ਸਿੱਖ ਹਿਸਟਰੀ ਦੇ ਵਿੱਚ ਹੋ ਰਹੀ ਹੈ, ਮੈਂ ਜੇ ਰੈਫਰੈਂਸ ਲਵਾਂ ਤਾਂ ਮੇਰੇ ਕੋਲ ਇੱਧਰ ਰੈਫਰੈਂਸਿਸ NCERT ਦੀਆਂ ਪਈਆਂ ਹੋਈਆਂ ਨੇ, ਜਿਹਦੇ ਵਿੱਚ 2006 ਦੇ ਵਿੱਚ ਜੇ ਮੈਂ ਬਿਆਨ ਕਰਾਂ, ਮੈਂ ਲਾਈਨ ਵਾਈਜ਼ ਚੱਲਦਾ ਹੋਇਆ, ਅਤੇ 2006 ਦੇ ਵਿੱਚ NCERT ਨੇ ਛਾਪਿਆ ਸੀਗਾ ਹਿਸਟਰੀ ਆਫ ਮੈਡੀਵਲ ਇੰਡੀਆ, ਜਿਹਦੇ ਵਿੱਚ ਜਿੱਧਰ ਰਲਗੱਟ ਦੀ ਗੱਲ ਕਰਦੇ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੁਖੀ ਹਿਰਦੇ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਲੂਟਰ ਤੇ ਰੇਪਿਸਟ ਸ਼ੋਅ ਕੀਤਾ ਗਿਆ ਸੀ। ਇੱਕ ਸਿੱਖ ਦਾ ਇਹ ਚੀਜ਼ ਨੂੰ ਪੜ੍ਹਨਾ ਅਤੇ ਉਸ ਚੀਜ਼ ਨੂੰ ਲਿਖਣਾ, ਕਿਉਂਕਿ ਜੇ ਅਸੀਂ ਸਕੂਲਾਂ ਦੇ ਵਿੱਚ ਪਾਸ ਹੋਣਾ ਹੈ ਅਤੇ ਜੋ ਸਰਕਾਰ ਸਾਡੀ ਨਸਲਕੁਸ਼ੀ ਕਰਨਾ ਚਾਹੁੰਦੀ ਹੈ, ਜੋ ਉਹ ਡਿਕਟੇਟ ਕਰੇਗੀ, ਸਾਨੂੰ ਉਹ ਲਿਖਣਾ ਪਵੇਗਾ। ਅਤੇ ਇਹ ਉੱਧਰ ਲਿਖਿਆ ਗਿਆ 2006 ਤੋਂ। ਪਹਿਲਾਂ ਮੈਂ ਰੈਫਰੈਂਸਿਸ ਆਪਣੇ ਸ਼ੁਰੂ ਕਰਾਂ, ਫਿਰ ਉਸ ਤੋਂ ਬਾਅਦ
ਇਹ ਬਿਆਨ ਕਰਨ ਦਾ ਯਤਨ ਕਰ ਦਿੱਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਕੌਜ਼ ਦੇ ਲਈ ਸ਼ਹੀਦੀ ਨਹੀਂ ਸੀ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਧਰਮ ਦੀ ਰੱਖਿਆ ਦੇ ਲਈ ਸ਼ਹੀਦੀ ਨਹੀਂ ਸੀ ਦਿੱਤੀ। ਉਹ ਇੱਕ ਵਾਰ ਕ੍ਰਿਮੀਨਲ ਸਨ ਜਿਹਦੀ ਸਜ਼ਾ ਉਹਨਾਂ ਨੂੰ ਮਿਲੀ ਹੈ। ਇਹ ਗੱਲਾਂ ਜਗ ਜ਼ਾਹਿਰ ਹੋਣੀਆਂ ਜ਼ਰੂਰੀ ਨੇ ਕਿ ਸਾਡੀ ਹਿਸਟਰੀ ਨੂੰ ਕਿਵੇਂ ਤੋੜ ਮਰੋੜ ਕੇ ਤੇ ਦੁਨੀਆ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਉਸ ਸਮੇਂ ਸੋਨੀਆ ਗਾਂਧੀ ਨੇ ਇਸ ਚੀਜ਼ ਦੀ ਜਿਹੜੀ ਅਸਲੌਤ ਕੀਤੀ ਸੀ ਕਿ ਤੁਸੀਂ ਸਿੱਖਾਂ ਨੂੰ ਜਿਹੜਾ ਡਾਊਨ ਕਰ ਰਹੇ ਹੋ, ਤਾਂ ਕਿ ਸਾਡੇ ਹਿੰਦੂ ਧਰਮ ਦੇ ਉੱਤੇ ਸਿੱਖਾਂ ਦਾ ਕੋਈ ਵੀ ਅਹਿਸਾਨ ਜਿਹੜਾ ਇਹ ਜਤਾਉਂਦੇ ਨੇ ਕਿ ਗੁਰੂ ਤੇਗ ਬਹਾਦਰ, ਆਪਾਂ ਹਿੰਦ ਦੀ ਚਾਦਰ ਕਹਿੰਦੇ, ਵੈਸੇ ਹੈ ਤਾਂ ਸ੍ਰਿਸ਼ਟੀ ਦੀ ਚਾਦਰ ਨੇ, ਧਰਮ ਦੀ ਚਾਦਰ ਨੇ, ਤੇ ਉਹ ਅਹਿਸਾਨ ਸਾਡੇ ਜਿਹੜੇ ਉੱਤੋਂ ਆ ਉਹ ਲੈ ਜਾਵੇ ਤੇ ਇਹ ਕਹਿਣ ਜੋਗੇ ਨਾ ਰਹਿਣ ਕਿ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਫਿਰ ਅੱਗੇ ਹੋਰ ਵੀ ਰੈਫਰੈਂਸਿਸ ਆ ਜਾਂਦੀਆਂ ਨੇ। ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਚੰਡੀ ਦੇ ਜਿਹੜੇ ਹੈ ਉਹ ਉਹਨਾਂ ਨੂੰ ਮੰਨਦੇ ਸਨ ਤੇ ਉਹਨਾਂ ਦੇ ਪਾਸ਼ਕ ਸਨ, ਤੇ ਨਾਲ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਵੀਕ ਮਾਈਂਡਡ ਸਨ। ਕਹਿਣ ਤੋਂ ਭਾਵ ਹੈ ਕਿ ਜਿੱਥੇ ਸਾਡੀ ਆਈਡੈਂਟੀਟੀ ਦੇ ਨਾਲ ਖਿਲਵਾੜ ਹੋ ਰਿਹਾ ਹੈ, ਸਭ ਤੋਂ ਪਹਿਲਾਂ ਉਹ ਸ਼ੁਰੂ ਕਿੱਥੋਂ ਹੋਇਆ ਹੈ? ਉਹ ਗੁਰੂ ਮਹਾਰਾਜ ਦੀ ਜੋ ਆਈਡੀਓਲੋਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਦਰਜ ਹੈ, ਉਸ ਨੂੰ ਚੈਲੰਜ ਕਰਕੇ ਜਿਹੜਾ ਹੈ, ਤੇ ਉਸ ਤੋਂ ਬਾਅਦ 11ਵੀਂ 12ਵੀਂ ਦੇ ਕਿਤਾਬਾਂ ਦੇ ਵਿੱਚ ਇਹ ਰੈਫਰੈਂਸਿਸ ਮਿਲ ਜਾਣਗੀਆਂ 2018 ਤੇ 2022 ਦੇ ਵਿੱਚ। ਤੇ ਜੋ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੂਰੀ ਵਰਲਡ ਅੱਜ ਸਲੌਤ ਕਰ ਰਿਹਾ ਹੈ, ਬਾਹਰਲੇ ਲੇਖਕ ਜਿਹੜੇ ਨੇ, ਜਿਹੜੇ ਇਸ ਧਰਤੀ ਦੇ ਨਾਲ, ਇਸ ਧਰਮ ਨਾਲ ਸੰਬੰਧ ਨਹੀਂ ਰੱਖਦੇ, ਉਹ ਵੀ ਉਸ ਅਪਰੋਚ ਦੀ ਸਲੌਤ ਕਰ ਰਿਹਾ ਹੈ। ਉੱਥੇ ਹੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਸਿਰਫ ਜਿਹੜੀ ਹੈ ਇੱਕ ਪੰਥਕ ਮੂਵਮੈਂਟ ਦਾ ਇੱਕ ਸੰਤ ਦੱਸਿਆ ਜਾਂਦਾ ਹੈ, ਜਿਹਦੇ ਵਿੱਚ ਉਹਨਾਂ ਦੀ ਜੋ ਕੰਟਰੀਬਿਊਸ਼ਨਸ ਹੈ, ਭਾਵੇਂ ਉਹ ਸੋਸ਼ਲ ਈਵਲਸ ਦੇ ਖਿਲਾਫ ਹੋਵੇ, ਭਾਵੇਂ ਉਹ ਕਾਸਟ ਸਿਸਟਮ ਦੇ ਖਿਲਾਫ ਹੋਵੇ, ਭਾਵੇਂ ਉਹ ਸਤੀ ਪ੍ਰਥਾ ਦੇ ਖਿਲਾਫ ਹੋਵੇ, ਉਹਦੇ ਕੋਈ ਵੀ ਜਿਹੜੀ ਹੈ ਉਹ ਰੈਫਰੈਂਸ ਨਹੀਂ ਦਿੱਤੀ ਜਾਂਦੀ, ਕਿਉਂਕਿ ਇਹ ਸਾਰਾ ਜਿਹੜਾ ਹੈ ਉਹ ਜਿਹੜਾ ਹੈ ਸਟੇਟ ਸਪੌਂਸਰਡ ਹੁੰਦਾ ਹੈ। ਮੈਂ ਜੇ ਭਾਸ਼ਾ ਦੀ ਗੱਲ ਕਰਾਂ, ਕਿਉਂਕਿ ਭਾਸ਼ਾ ਬਹੁਤ ਅਹਿਮ ਹੁੰਦੀ ਹੈ, ਤੇ ਭਾਸ਼ਾ ਸਾਡੀ ਬਿਲਕੁਲ ਵੀ ਕਿਸੇ ਵੀ ਲੈਵਲ ਦੇ ਉੱਤੇ ਉਹਨੂੰ ਇੰਪੋਰਟੈਂਸ ਨਹੀਂ ਦਿੱਤੀ ਜਾ ਰਹੀ, ਕਿਉਂਕਿ ਅਸੀਂ ਪੰਜਾਬੀ ਹਾਂ, ਤੇ ਪੰਜਾਬੀ ਜਿਹੜੇ ਉਹ ਹਿੰਦੂ ਵੀ ਪੰਜਾਬੀ ਨੇ, ਮੁਸਲਮਾਨ ਵੀ ਪੰਜਾਬੀ ਨੇ, ਤੇ ਸਿੱਖ ਵੀ ਪੰਜਾਬੀ ਨੇ। ਬਟ ਇਸ ਇਸ਼ੂ ਦੇ ਉੱਤੇ ਜਿਹੜਾ ਐਜੂਕੇਸ਼ਨ ਦੇ ਮਸਲੇ ਦੇ ਉੱਤੇ ਕੋਈ ਹੀ ਜਿਹੜਾ ਹੈ ਉਹ ਆਵਾਜ਼ ਉਠਾ ਰਿਹਾ ਹੈ। ਤੇ ਐਜੂਕੇਸ਼ਨ ਪਾਲਿਸੀ ਦੀ ਜੇ ਮੈਂ ਗੱਲ ਕਰਾਂ, ਤੇ ਉਹਦੇ ਵਿੱਚ ਵੀ ਜਿਹੜਾ ਹੈ ਉਹ ਇੱਕ ਆਪਸ਼ਨਲ ਲੈਂਗੁਏਜ ਨੂੰ ਰੱਖਿਆ ਹੋਇਆ ਹੈ ਐਜ਼ ਜਿਹੜੀ ਪੰਜਾਬੀ ਹੈ। ਤੇ ਜੋ ਸਾਡਾ ਮੋਡ ਆਫ ਕਮਿਊਨੀਕੇਸ਼ਨ ਹੋਣਾ ਚਾਹੀਦਾ ਸੀਗਾ ਸਕੂਲਾਂ ਦੇ ਵਿੱਚ, ਉਹ ਪੰਜਾਬੀ ਹੋਣਾ ਚਾਹੀਦਾ ਸੀਗਾ। ਬਟ ਇਹ ਚੀਜ਼ ਸੋਚ ਕੇ ਕਿ ਅਗਾਂਹ ਤਾਂ ਜੇ ਆਪਾਂ ਇੰਜੀਨੀਅਰਿੰਗ ਕਰਦੇ ਹਾਂ, ਸਾਇੰਸ ਕਰਦੇ ਹਾਂ, ਮੈਡੀਕਲ ਕਰਦੇ ਹਾਂ, ਤੇ ਉਹਦੇ ਵਿੱਚ ਅੰਗਰੇਜ਼ੀ ਯੂਜ਼ ਹੋਏਗੀ, ਉਸ ਕਰਕੇ ਪੰਜਾਬੀ ਨੂੰ ਵੀ ਪੰਜਾਬ ਦੇ ਵਿੱਚ ਇਟਸੈਲਫ ਪੰਜਾਬੀ ਨੂੰ ਜਿਹੜਾ ਹੈ ਉਹ ਦੂਸਰੀ ਭਾਸ਼ਾ ਦੇ ਵਜੋਂ ਟਰੀਟ ਕੀਤਾ ਜਾਂਦਾ ਹੈ। ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਛੋਟੀ ਉਮਰ ਤੋਂ ਹੀ ਬੱਚਾ ਜਿਹੜਾ ਹੈ ਉਹ 3 ਭਾਸ਼ਾਵਾਂ ਸਿੱਖੇਗਾ, ਪਰ ਉਹਨਾਂ ਭਾਸ਼ਾਵਾਂ ਦੇ ਵਿੱਚੋਂ 2 ਭਾਸ਼ਾਵਾਂ ਉਹ ਇੰਡੀਅਨ ਹੋਣੀਆਂ ਚਾਹੀਦੀਆਂ ਨੇ, ਇੱਕ ਫੋਰਨ ਹੋਏਗੀ। ਫੋਰਨ ਸਾਨੂੰ ਪਤਾ ਅਸੀਂ ਅੰਗਰੇਜ਼ੀ ਪੜ੍ਹਨੀ ਹੈ, ਪਰ ਜਿਹੜੀ ਰੀਜਨਲ ਲੈਂਗੁਏਜ ਹੈ ਉਹ ਪੰਜਾਬੀ ਦੇ ਨਾਲ ਨਾਲ ਸਾਨੂੰ ਇੱਕ ਹੋਰ ਜਿਹੜੀ ਆ ਸਿੱਖਣੀ ਪਵੇਗੀ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਬੰਦੇ ਨੇ ਕੰਨੜਾ ਤਾਂ ਬੋਲਣੀ ਨਹੀਂ ਜਾਂ ਦੱਖਣੀ ਕੋਈ ਭਾਸ਼ਾ ਬੋਲਣੀ ਨਹੀਂ, ਸੋ ਇੱਕ ਕਾਮਨ ਲੈਂਗੁਏਜ ਨੂੰ ਉਤਾਰਿਆ ਜਾ ਰਿਹਾ ਹੈ, ਇੱਕ ਕਾਮਨ ਫਰੰਟ ਬਣਾ ਕੇ ਕਿ ਜੇ ਕਿਸੇ ਵੀ ਇੰਡੀਅਨ ਨੇ ਇੰਡੀਆ ਦੇ ਵਿੱਚ ਟਰੈਵਲ ਕਰਨਾ ਹੈ, ਇੱਕ ਕਾਮਨ ਭਾਸ਼ਾ ਜਿਹੜੀ ਹੈ ਉਹ ਹਿੰਦੀ ਹੋਣੀ ਚਾਹੀਦੀ ਹੈ। ਸੋ ਹਿੰਦੀ ਇੱਕ ਸੋਚ ਜਿਹੜੀ ਹੈ, ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਇੱਕ ਗੱਲ ਕਹੀ ਸੀਗੀ, ਹਿੰਦੀ ਹਿੰਦੂ ਤੇ ਹਿੰਦੁਸਤਾਨ ਦੀ ਜਿਹੜੀ ਗੱਲ ਹੈ ਉਹ ਹੋ ਕੇ ਹੁਣੇ ਗਈ ਹੈ, ਤੇ ਉਹ ਕਿਤੇ ਨਾ ਕਿਤੇ ਐਜੂਕੇਸ਼ਨ ਦੇ ਵਿੱਚ ਵੀ ਉਹ ਝਲਕਦਾ ਨਜ਼ਰ ਆ ਰਿਹਾ ਹੈ। ਇੱਕ ਹੋਰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਹੈ ਕਿ ਸਕੂਲਾਂ ਦੇ ਵਿੱਚ ਇੱਕ ਅਗਰੈਸਿਵ ਤਰੀਕੇ ਦੇ ਨਾਲ ਜਨਰਲ ਲੋਕਲ ਨੈਰੇਟਿਵ ਜਨਰੇਟ ਕੀਤਾ ਜਾ ਰਿਹਾ ਹੈ, ਉਹ ਟੀਚਰਾਂ ਵੱਲੋਂ ਵੀ ਕੀਤਾ ਜਾ ਰਿਹਾ ਹੈ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਕੀ ਕੀਤਾ ਜਾ ਰਿਹਾ ਹੈ। ਅਗਾਂਹ ਜਿਹੜੇ ਬੱਚੇ ਨੇ ਉਹਨਾਂ ਦੇ ਮਨਾਂ ਵਿੱਚ ਐਸਾ ਉਸ ਚੀਜ਼ ਦਾ ਪ੍ਰਭਾਵ ਪੈ ਗਿਆ ਕਿ ਉਹ ਅਗਾਂਹ ਵਾਲੀ ਪੀੜ੍ਹੀ ਨੂੰ ਜਾਂ ਆਪਣੇ ਜੂਨੀਅਰਸ ਨੂੰ ਉਹ ਜਿਹੜਾ ਨੈਰੇਟਿਵ ਉਹ ਪਾਸ ਆਨ ਕਰਦੇ ਪਏ। ਉਹ ਕੀ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਗਵਾਰਾਂ ਦੀ ਭਾਸ਼ਾ ਹੈ, ਜੇ ਕਿਸੇ ਨੇ ਸੋਫਿਸਟੀਕੇਸ਼ਨ ਅਪਣਾਉਣੀ ਹੈ ਉਹਦੇ ਲਈ ਹਿੰਦੀ ਤੇ ਜਾਂ ਫਿਰ ਇੰਗਲਿਸ਼ ਦੇ ਵਿੱਚ ਗੱਲ ਕਰਨਾ ਜਿਹੜਾ ਹੈ ਉਹ ਲਾਜ਼ਮੀ ਹੈ। ਤੇ ਇਹਦਾ ਇਫੈਕਟ ਸਾਨੂੰ ਬਾਹਰ ਜਦੋਂ ਆਪਾਂ ਐਜੂਕੇਸ਼ਨ ਦੇ ਅਦਾਰਿਆਂ ਚੋਂ, ਆਪਾਂ ਵਿਦਿਅਕ ਅਦਾਰਿਆਂ ਚੋਂ ਬਾਹਰ ਨਿਕਲਦੇ ਹਾਂ, ਭਾਵੇਂ ਆਪਾਂ ਮਾਲਸ ਚੱਲ ਜਾਈਏ, ਭਾਵੇਂ ਆਪਾਂ ਜਿਹੜੇ ਸ਼ਾਪਿੰਗ ਕੋਈ ਹੋਲਸੇਲਸ ਹੋਣ ਉਹ ਉੱਧਰ ਚੱਲ ਜਾਈਏ, ਭਾਵੇਂ ਬੈਂਕਸ ਹੋਣ, ਭਾਵੇਂ ਕੋਈ ਗਵਰਨਮੈਂਟ ਇੰਸਟੀਟਿਊਟ ਹੈ, ਤਰਾਸਦੀ ਇਹ ਹੈ ਕਿ ਅਸੀਂ ਰਹਿੰਦੇ ਪੰਜਾਬ ਦੇ ਵਿੱਚ ਹੈ, ਪਰ ਸਾਡੀ ਜਿਹੜੀ ਭਾਸ਼ਾ ਉਹ ਇਹਨਾਂ ਸਾਰੇ ਅਦਾਰਿਆਂ ਦੇ ਵਿੱਚੋਂ ਅਲੋਪ ਹੁੰਦੀ ਨਜ਼ਰ ਆ ਰਹੀ ਹੈ। ਹੁਣ ਸਿੱਖਾਂ ਦੀ ਜਿੱਧਰ ਮੈਂ ਗੱਲ ਕਰਾਂ, ਹੁਣੇ ਸਿੱਖ ਰਾਜ ਦੀ ਗੱਲ ਹੋ ਰਹੀ ਸੀ, ਅਪਰੋਕਸੀਮੇਟਲੀ 100% ਲਿਟਰੇਸੀ ਸੀ,
ਤੇ ਮੋਰਲ ਐਜੂਕੇਸ਼ਨ ਦੇ ਬੇਸ ਦੇ ਉੱਤੇ ਉਹ ਸਾਰਾ ਕੁਝ ਚੱਲਦਾ ਪਿਆ ਸੀਗਾ। ਬਟ ਉਹਦਾ ਸਾਰਾ ਸੰਬੰਧ ਜਿਹੜਾ ਹੈ ਉਹ ਪੰਜਾਬੀ ਦੇ ਨਾਲ ਹੈ। ਜੇ ਲਿਪੀ ਦੀ ਗੱਲ ਕਰਾਂ ਤੇ ਗੁਰਮੁਖੀ ਦੇ ਨਾਲ ਹੈ। ਜੇ ਸਿੱਖਾਂ ਨੇ ਅਤੀਤ ਦੇ ਵਿੱਚ ਕੋਈ ਮਾਰ ਕੇ ਮਾਰੇ ਨੇ, ਹੁਣੇ ਗਾਂਧੀ ਤੇ ਨਹਿਰੂ ਦੀ ਵੀ ਗੱਲ ਹੋ ਰਹੀ ਸੀ ਕਿ ਜਦੋਂ ਗੋਰੇ ਜਿਹੜੇ ਨੇ ਉਹ ਇੰਡੀਆ ਦੇ ਵਿੱਚੋਂ ਆਪਣਾ ਪ੍ਰਬੰਧ ਚੁੱਕ ਕੇ ਲੈ ਕੇ ਜਾਂਦੇ ਨੇ, ਇੱਕ ਗੱਲ ਉਹਨਾਂ ਨੇ ਸਪਸ਼ਟ ਕੀਤੀ, ਮੈਨੂੰ ਆਥਰ ਦਾ ਨਾਮ ਹਲੇ ਮੇਰੇ ਕੋਲ ਨਹੀਂ ਆਇਆ, ਪਰ ਮੈਂ ਉਹ ਵੀ ਜਿਹੜਾ ਜਲਦੀ ਹੀ ਉਹਨੂੰ ਵੀ ਜਿਹੜਾ ਹੈ ਉਹ ਰੈਕਟੀਫਾਈ ਕਰ ਲਿਆ ਜਾਵੇਗਾ, ਕਿ ਜਿਹੜੇ ਲਾਸਟ ਵੌਇਸ ਰॉयਸ ਉਹਨਾਂ ਨੇ ਇੱਕ ਗੱਲ ਕਹੀ ਸੀ ਜਦੋਂ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਜਿਹੜੇ ਸ਼ਾਂਤਮਈ ਸੰਘਰਸ਼ ਦੇ ਕਾਰਨ ਇੰਡੀਆ ਛੱਡ ਕੇ ਚੱਲੋ, ਕਹਿੰਦੇ ਨਹੀਂ, ਜੋ ਗਾਂਧੀ ਦੇ ਪ੍ਰਦਰਸ਼ਨ ਹੋਏ ਨੇ, ਨੌਨ ਕੋਆਪਰੇਟਿਵ ਮੂਵਮੈਂਟਸ ਹੋਏ ਨੇ ਜਾਂ ਪ੍ਰਦਰਸ਼ਨ ਹੋਏ ਨੇ, ਦੇ ਕੰਟਰੀਬਿਊਟ ਟੂ ਲੈਸ ਦੈਨ 2% ਇਨ ਦ ਇੰਡੀਪੈਂਡੈਂਸ ਆਫ ਇੰਡੀਆ। ਤੇ ਜਦੋਂ ਸਿੱਖਾਂ ਨੇ ਸੰਘਰਸ਼ ਫਤਿਹ ਕੀਤੇ ਸਨ, ਆਪਾਂ ਸਾਰੀ ਜਿਹੜੀ ਹੈ ਮੂਵਮੈਂਟਸ ਨੂੰ ਜਾਣਦੇ ਹਾਂ, ਭਲੀ ਭਾਂਤੀ ਜਾਣਦੇ, ਕਿਉਂਕਿ ਸਾਰੇ ਆਪਾਂ ਐਜੂਕੇਟਿਡ ਬੈਠੇ ਹਾਂ, ਆਪਣੇ ਹਿਸਟਰੀ ਦੇ ਨਾਲ ਵਾਕਫ ਬੈਠੇ ਹਾਂ। ਤੇ ਉਦੋਂ ਇੱਕ ਗੱਲ ਕਹੀ ਸੀ ਕਿ ਜਦੋਂ ਸਿੱਖਾਂ ਨੇ ਸੰਘਰਸ਼ ਫਤਿਹ ਕਰ ਲਏ ਸਨ ਕਿ ਅੱਜ ਹਿੰਦੁਸਤਾਨ ਦੀ ਆਜ਼ਾਦੀ ਦੀ 50% ਲੜਾਈ ਜਿਹੜੀ ਹੈ ਉਹ ਮੁਕੰਮਲ ਹੋ ਚੁੱਕੀ ਹੈ, ਉਹ ਸਿੱਖਾਂ ਨੇ ਕੀਤੀ ਸੀ। ਪਰ ਅਫਸੋਸ ਦੀ ਗੱਲ ਹੈ ਕਿ ਇਤਿਹਾਸ ਜੇ ਪੜ੍ਹਾਇਆ ਜਾਂਦਾ ਹੈ ਤੇ ਬਾਹਰਲੇ ਮੁਲਕਾਂ ਦਾ ਪੜ੍ਹਾਇਆ ਜਾਂਦਾ ਹੈ, ਇਤਿਹਾਸ ਪੜ੍ਹਾਇਆ ਜਾਂਦਾ ਹੈ ਤੇ ਉਹਨਾਂ ਮੂਵਮੈਂਟਸ ਦਾ ਪੜ੍ਹਾਇਆ ਜਾਂਦਾ ਹੈ ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਕੋਈ ਇੰਪੈਕਟ ਹੀ ਹੈ ਨਹੀਂ ਸੀ। ਤੇ ਤਰਾਸ ਦੀ ਇਸ ਗੱਲ ਦੀ ਹੈ ਕਿ PSCB ਦੇ ਵਿੱਚ ਪਹਿਲਾਂ 70s 60s ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਗੁਰਬਾਣੀ ਦੀ ਤੁਕਾਂ ਵੇਖਣ ਨੂੰ ਮਿਲਦੀਆਂ ਸੀ, ਪੰਜਾਬ ਦੇ ਰੈਫਰੈਂਸਿਸ ਵੇਖਣ ਨੂੰ ਮਿਲਦੀਆਂ ਸੀ, ਗੁਰੂ ਕਾਲ ਦੇ ਵਿੱਚ ਜੋ ਮੂਵਮੈਂਟਸ ਹੋਈਆਂ ਨੇ ਉਹਨਾਂ ਦੀਆਂ ਰੈਫਰੈਂਸਿਸ ਜਿਹੜੀਆਂ ਵੇਖਣ ਨੂੰ ਮਿਲਦੀਆਂ ਸੀ। ਪਰ ਅੱਜ ਕੱਲ੍ਹ ਇੰਨੀ ਰਲਗਟ ਹੋ ਗਈ ਹੈ, ਅੱਜ ਕੱਲ੍ਹ ਉਸ ਜਿਹੜੀ ਹੈ ਅਸਲੀ ਮੂਵਮੈਂਟ ਨੂੰ ਉਹ ਪਾਸੇ ਕਰ ਦਿੱਤਾ ਗਿਆ। ਹੁਣ ਇੱਕ ਮਿੰਟ ਭਾਈ ਸਾਹਿਬ, ਕੁਝ ਕਿਉਂਕਿ ਬੇਸਿਸ ਹੁੰਦਾ ਐਜੂਕੇਸ਼ਨ। ਜੇ ਇਸ ਕੌਮ ਕੋਲ ਐਜੂਕੇਸ਼ਨ ਨਹੀਂ, ਉਸ ਕੌਮ ਕੋਲ ਹਿਸਟਰੀ ਨਹੀਂ, ਉਸ ਕੌਮ ਕੋਲ ਪਰੰਪਰਾ ਨਹੀਂ, ਕੋਈ ਰੀਤੀ ਰਿਵਾਜ ਨਹੀਂ, ਕੋਈ ਉਹਦਾ ਇਤਿਹਾਸ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਤੇ ਕਿਹੜੇ ਬੇਸਿਸ ਦੇ ਉੱਤੇ ਆਪਾਂ ਗੱਲ ਕਰਾਂਗੇ। ਇਸ ਕਰਕੇ ਮੈਂ 2 ਮਿੰਟ ਹੋਰ ਲੈਣੇ ਆ। ਐਜੂਕੇਸ਼ਨ ਪਾਲਿਸੀ ਦੇ ਵਿੱਚ ਮੈਂ ਜੇ ਅੱਗੇ ਆਵਾਂ ਤੇ ਨੌਲੇਜ ਆਫ ਇੰਡੀਆ ਇੱਕ ਪ੍ਰੋਜੈਕਟ ਜਿਹੜਾ ਹੈ ਉਹ ਲਾਂਚ ਕਰ ਦਿੱਤਾ ਗਿਆ ਹੈ, ਜਿਹਦੇ ਵਿੱਚ ਇੰਡੀਆ ਦੀ ਜਿਹੜੀ ਹੈ ਇਤਿਹਾਸ ਤੇ ਉਹਦੀ ਕੰਟਰੀਬਿਊਸ਼ਨਸ ਕੀ ਰਹੀਆਂ ਨੇ ਵਰਲਡ ਪੱਧਰ ਦੇ ਉੱਤੇ, ਉਹ ਜਿਹੜਾ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਨਾਲ ਦੇ ਨਾਲ ਇੱਕ ਯੂਨਾਈਟਿਡ ਫਰੰਟ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨੀਆਂ ਭਾਸ਼ਾਵਾਂ ਨੇ ਇੰਡੀਆ ਦੀਆਂ ਉਹ ਕਿਵੇਂ ਨਾ ਕਿਵੇਂ ਇੱਕ ਭਾਸ਼ਾ ਨੂੰ ਜਿਹੜੀ ਹੈ ਜਾ ਕੇ ਲਿੰਕ ਕਰਦੀਆਂ ਨੇ। ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਸਿਮਿਲੈਰਿਟੀ ਬਿਠਾਉਣ ਦੀ। ਉਹ ਸਿਮਿਲੈਰਿਟੀ ਕੀ ਹੈ ਕਿ ਜਿੰਨੀਆਂ ਭਾਸ਼ਾਵਾਂ ਨੇ ਉਹ ਜੀ ਹਿੰਦੀ ਜਾਂ ਸੰਸਕ੍ਰਿਤ ਨਾਲ ਕਿਤੇ ਨਾ ਕਿਤੇ ਜਾ ਕੇ ਅਗਾਂਹ ਮਿਲਦੀਆਂ ਨੇ, ਪਰ ਇਹ ਵੀ ਇੱਕ ਮਿਸਇਨਫੋਰਮੇਸ਼ਨ ਹੈ। ਇਹਦੇ ਖਿਲਾਫ ਜਿਹੜੇ ਆਪਾਂ ਤਾਂ ਨਹੀਂ ਬੋਲ ਪਾਉਂਦੇ ਕਿਉਂਕਿ ਕਈ ਵਾਰੀ ਆਪਾਂ ਮਿਸਇਨਫੋਰਮਡ ਰਹਿੰਦੇ ਹਾਂ, ਤੇ ਜਿਹੜੇ ਪੇਰੈਂਟਸ ਵੀ ਅਸੀਂ ਗਾਂਹ ਬਣ ਜਾਂਦੇ ਹਾਂ, ਅਸੀਂ ਵੀ ਇਸੇ ਐਜੂਕੇਸ਼ਨ ਸਿਸਟਮ ਤੋਂ ਹੀ ਨਿਕਲੇ ਹੁੰਦੇ ਹਾਂ, ਸੋ ਅਸੀਂ ਮਿਸਇਨਫੋਰਮਡ ਰਹਿ ਜਾਂਦੇ ਹਾਂ। ਇਹ ਹੁੰਦਾ ਇਸ ਕਰਕੇ ਹੈ ਕਿਉਂਕਿ ਸਿੱਖ ਮਾਈਨੋਰਿਟੀ ਦੇ ਵਿੱਚ ਨੇ ਤੇ ਡੈਮੋਕ੍ਰੇਸੀ ਇਨ ਅ ਮੈਜੋਰਿਟੀ ਡੋਮੀਨੇਟਿਡ ਨੇਸ਼ਨ ਇਜ਼ ਅ ਕਰਸ ਫॉर द ਮਾਈਨੋਰਿਟੀ। ਤੇ ਇਹ ਆਪਾਂ ਨੂੰ 47 ਤੋਂ ਬਾਅਦ ਵੇਖਣ ਨੂੰ ਮਿਲਿਆ। ਤੇ ਜਿਹੜੇ ਨਿਧੜਕ ਸਾਡੇ ਖਿਆਲਾਤ ਹੁੰਦੇ ਸਨ ਸਿੱਖੀ ਦੇ, ਉਹ ਕਦੀ ਸਰਕਾਰਾਂ ਨੂੰ ਨਾ ਤਾਂ 47 ਤੋਂ ਪਹਿਲਾਂ ਜਿਹੜੇ ਹੈ ਉਹ ਪਚੇ ਨੇ ਤੇ ਨਾ ਹੀ 47 ਤੋਂ ਬਾਅਦ ਕਦੀ ਪਚਦੇ ਆਏ ਨੇ। ਗੋਰੀ ਚਮੜੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਭੂਰੀ ਹੋ ਗਈ ਹੈ, ਫਿਦਰਤ ਹੁਕਮਰਾਨ ਦੇ ਜਿਹੜੀ ਹੈ ਹੁਣ ਤੱਕ ਬਦਲੀ ਨਹੀਂ ਹੈ। ਸਰਕਾਰਾਂ ਵੀ ਜਿਹੜੀਆਂ 47 ਤੋਂ ਬਾਅਦ ਉਹ ਐਂਟੀ ਸਿੱਖ ਰਹੀਆਂ ਨੇ। ਰਾਈਟ ਆਫਟਰ ਇੰਡੀਪੈਂਡੈਂਸ ਹੁਣ ਇੱਕ ਬੁਲਾਰੇ ਬੋਲ ਰਹੇ ਸਨ ਕਿ 46 ਦੇ ਵਿੱਚ ਉਹਨਾਂ ਦੇ ਬਿਆਨ ਕੁਝ ਹੋਰ ਸਨ, 48 ਦੇ ਵਿੱਚ ਉਹਨਾਂ ਦੇ ਬਿਆਨ ਜਿਹੜੇ ਆ ਉਹ ਕੁਝ ਹੋਰ ਹੋ ਗਏ। ਸਿੱਖ ਐਜੂਕੇਸ਼ਨ ਦੀ ਜਿਹੜੀ ਹੈ ਉਹ ਮਹੱਤਤਾ ਉਹ ਇਸ ਕਰਕੇ ਹੈ ਕਿ ਜੇ ਆਪਾਂ ਆਪਣੀ ਵਿਲੱਖਣਤਾ ਰੱਖਣੀ ਹੈ, ਆਪਣਾ ਸੱਭਿਆਚਾਰ ਬਚਾਉਣਾ ਹੈ, ਜੇ ਆਪਾਂ ਆਪਣੀ ਭਾਸ਼ਾ ਬਚਾਉਣੀ ਹੈ, ਆਪਣੇ ਰੀਤੀ ਰਿਵਾਜ, ਟ੍ਰੈਡੀਸ਼ਨਸ, ਕਲਚਰ, ਮੋਰਲ ਐਥਿਕ ਤੇ ਵੈਲਿਊਜ਼ ਬਚਾਉਣੇ ਹੈ, ਉਹਦੇ ਲਈ ਸਾਨੂੰ ਅੱਜ ਸਟੈਂਡ ਲੈਣਾ ਪਵੇਗਾ। ਸਿੱਖ ਐਜੂਕੇਸ਼ਨ ਨੂੰ ਹੋਰ ਜਿਹੜਾ ਹੈ ਉਹ ਪ੍ਰਫੁੱਲਿਤ ਕਰਨਾ ਪਵੇਗਾ। ਮਾਂ ਬੋਲੀ ਜਿਹੜੀ ਆ ਸਾਡੀ ਪੰਜਾਬੀ, ਉਸ ਨੂੰ ਪ੍ਰਫੁੱਲਿਤ ਜਿਹੜੀ ਆ ਉਹ ਕਰਨਾ ਪਵੇਗਾ। ਅਗੇਨ ਜੇ ਆਪਾਂ ਫਿਊਚਰ ਦੇ ਵਿੱਚ ਕੋਈ ਸੰਘਰਸ਼ ਲੜਨਾ ਚਾਹੁੰਦੇ ਹਾਂ, ਉਹਦੇ ਲਈ ਪਹਿਲਾਂ ਸਾਨੂੰ ਜਿਹੜਾ ਇਹ ਆਪਣੀ ਹਿਸਟਰੀ ਤੋਂ ਜਾਣੂ ਹੋਣਾ ਪਏਗਾ। ਕੋਈ ਬੇਸਿਸ ਹੋਏ ਸਾਡੇ ਲਈ ਕਿ ਅਸੀਂ ਸੰਘਰਸ਼ ਕਰ ਕਿਸ ਬੇਸ 'ਤੇ ਰਹੇ ਹਾਂ, ਅਸੀਂ ਹੱਕ ਕਿਸ ਆਧਾਰ 'ਤੇ ਮੰਗ ਰਹੇ ਹਾਂ, ਕੀ ਸਾਡੀਆਂ ਇਤਿਹਾਸ ਦੇ ਵਿੱਚ ਕੁਰਬਾਨੀਆਂ, ਕੀ ਸਾਡੇ ਸੰਘਰਸ਼ ਰਹੇ ਨੇ ਤੇ ਕੀ ਅਸੀਂ ਗਵਾਇਆ ਜਿਹਦੇ ਕਾਰਨ ਅਸੀਂ ਅੱਜ ਜਿਹੜੀਆਂ ਉਹ ਪ੍ਰਾਪਤੀਆਂ ਕਰਨੀਆਂ ਚਾਹੁੰਦੇ ਹਾਂ। ਜਿੱਧਰ ਤੱਕ ਆਪਾਂ ਗੱਲ ਡਾਕਟਰ ਵਰਿੰਦਰਪਾਲ ਸਿੰਘ ਦੀ ਵੀ ਕਰੀਏ, ਆਪਾਂ ਸਾਰਿਆਂ ਨੇ ਉਹਨਾਂ ਦੀ ਇੰਟਰਵਿਊ ਸੁਣੀ ਹੈ। ਉਹਨਾਂ ਨੇ ਇੱਕ ਚੀਜ਼ ਬਿਆਨ ਕੀਤੀ ਜਿਹੜੀ ਮੈਂ ਅੱਜ ਇੱਧਰ ਬਿਆਨ ਕਰਨਾ ਚਾਹੁੰਦਾ, ਬਿਕੋਜ਼ ਦਿਸ ਇਜ਼ ਗੋਇੰ ਟੂ ਬੀ ਟੈਲੀਕਾਸਟਡ ਇਨ ਓਵਰ ਅਪਰੋਕਸੀਮੇਟਲੀ 20 ਨੇਸ਼ਨਸ। ਉਹ ਇਹ ਹੈ ਕਿ ਕੈਂਬਰਿਜ ਯੂਨੀਵੀ ਜਿਹੜੀ ਹੈ ਉਹ ਜੇ ਡਿਜ਼ਾਈਨ ਕੀਤੀ ਗਈ ਸੀ 100% ਤੇ ਪਹੁੰਚੀ ਸੀ
ਤੇ ਉਹਦੇ ਸੰਕਲਪ ਜਿਹੜੇ ਆ ਉਹ ਖਾਲਸਾ ਰਾਜ ਤੋਂ ਆਏ ਸੀ। ਉਹ ਡਾਕਟਰ ਵਰਿੰਦਰਪਾਲ ਸਿੰਘ ਜੀ ਆਪਣੀ ਇੱਕ ਇੰਟਰਵਿਊ ਦੇ ਵਿੱਚ, ਆਪਣੇ ਇੱਕ ਲੈਕਚਰ ਦੇ ਵਿੱਚ ਬਹੁਤ ਸੋਹਣਾ ਉਹਨੂੰ ਬਰੀਫ ਕਰਦੇ ਆ। ਪਰ ਤਰਾਸਦੀ ਅੱਜ ਦੀ ਇਹ ਹੈ ਕਿ ਜਿੱਧਰ ਤੱਕ ਮਾਈਗ੍ਰੇਸ਼ਨ ਦੀ ਗੱਲ ਹੋ ਰਹੀ ਹੈ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਆ ਰਹੇ ਆ, ਕਿਉਂਕਿ ਹੁਣ ਅਗਲੇ ਪੁਆਇੰਟ ਤੇ ਜਾਵਾਂ, ਪਰ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਵੀ ਬਾਹਰ ਬਹੁਤ ਜਾ ਰਿਹਾ ਹੈ। ਉਹਦਾ ਹੋਇਆ ਕਿਉਂ? ਕਿਉਂਕਿ ਸਾਨੂੰ ਜੋ ਜੌਬ ਓਪਰਚੁਨਿਟੀਜ਼ ਇੱਧਰ ਮਿਲਣੀਆਂ ਚਾਹੀਦੀਆਂ ਸੀ, ਜੋ ਲੈਵਲ ਆਫ ਐਜੂਕੇਸ਼ਨ ਇੱਧਰ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲਿਆ। ਪਿਛਲੇ 5 ਸਾਲਾਂ ਦੇ ਵਿੱਚ 140 ਕਾਲਜਸ ਪੰਜਾਬ ਦੇ ਵਿੱਚ ਬੰਦ ਹੋ ਗਏ ਨੇ, ਜਿਹੜੇ ਇੱਕ ਸਿੱਖ, ਮੈਂ ਸਮਝਦਾ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਦਰਸਾ ਦਿੰਦਾ ਹੈ ਕਿ ਉਹਦੀ ਕਿੰਨੇ ਕਿ ਉਹ ਪਾਣੀ ਦੇ ਵਿੱਚ ਹੈ। ਫਿਰ ਜੇ ਮੈਂ ਸਿੱਖਾਂ ਦੇ ਖਿਲਾਫ ਜਿਹੜੇ ਐਕਸ਼ਨਸ ਹੁੰਦੇ ਨੇ ਉਹਦੀਆਂ ਮੈਂ ਗੱਲਾਂ ਕਰਾਂ, ਤੇ ਅਪਰੋਕਸੀਮੇਟਲੀ ਅੱਜ ਤੋਂ 3 ਸਾਲ ਪਹਿਲਾਂ, ਕਿਉਂਕਿ ਡਿਮੋਰਲਾਈਜ਼ ਕਰਨ ਦਾ ਯਤਨ ਕੀਤਾ ਜਾਂਦਾ ਹੈ ਸਿੱਖ ਸਟੂਡੈਂਟਸ ਨੂੰ ਕਿ ਤੁਸੀਂ ਆਪਣੀ ਆਈਡੈਂਟੀਟੀ ਛੱਡ ਦਿਓ, ਤੁਸੀਂ ਨੈਸ਼ਨਲਿਸਟ ਆਈਡੈਂਟੀਟੀ ਨੂੰ ਅਪਣਾ ਲਓ, ਦੈਨ ਯੂ ਆਰ ਸੇਫ ਇਨ ਇੰਡੀਆ। ਕਿ ਜੇ ਆਪਾਂ ਇਹ ਸਲੋਗਨ ਅੱਜ ਪੜ੍ਹ ਰਹੇ ਹਾਂ, ਨੋ ਪ੍ਰੋਗਰੈਸ ਵਿਦਆਊਟ ਪੀਸ ਐਂਡ ਨੋ ਪੀਸ ਵਿਦਆਊਟ ਜਸਟਿਸ, ਤੇ ਪੀਸ ਕਿਸ ਆਪਾਂ ਮੁੱਲ ਤੇ ਲੈਣੀ ਹੈ ਕਿ ਜੇ ਆਪਾਂ ਸਿਰ ਨਿਉਂ ਕੇ ਹੀ ਪੀਸ ਲੈਣੀ ਹੈ ਤੇ ਉਹ ਕੋਈ ਪੀਸ ਨਹੀਂ ਹੁੰਦੀ। ਅਪਰੋਕਸੀਮੇਟਲੀ ਅੱਜ ਤੋਂ 3 ਸਾਲ ਪਹਿਲਾਂ ਸਿੱਖ ਸਟੂਡੈਂਟਸ ਨੂੰ ਆਪਣੀਆਂ ਦਸਤਾਰਾਂ ਲਾਉਣ ਨੂੰ ਕਿਹਾ ਗਿਆ। ਧਾਰ ਡਿਸਟ੍ਰਿਕਟ ਹੈ ਮੱਧ ਪ੍ਰਦੇਸ਼ ਦੇ ਵਿੱਚ, ਕਿਉਂਕਿ ਉਹ ਇੱਕ ਬਹੁ ਗਿਣਤੀ ਡੋਮੀਨੇਟਡ ਏਰੀਆ ਹੋਣੇ ਪੰਜਾਬ ਦੇ ਵਿੱਚ ਹੀ ਆਪਾਂ ਥੋੜਾ ਦਾ ਪ੍ਰਭਾਵ ਵੇਖਣਾ ਸ਼ੁਰੂ ਕਰ ਦਿੱਤਾ ਹੈ। 2022 ਦੇ ਵਿੱਚ ਜਿਹੜੀ ਮਾਊਂਟ ਕੈਰਮਲ ਕਾਲਜ ਹੈ ਬੈਂਗਲੌਰ ਦੇ ਵਿੱਚ, ਉਹਦੇ ਵਿੱਚ ਉਸ ਅੰਮ੍ਰਿਤਧਾਰੀ ਜਿਹੜੀ ਹੈ ਭੈਣ ਸਾਡੀ, ਉਹਨੂੰ ਦਸਤਾਰ ਆਪਣੀ ਰਿਮੂਵ ਕਰਨ ਦੇ ਲਈ, ਜੋ ਕਿ ਸਾਡੇ ਇੱਕ ਵਿਲੱਖਣ ਹੋਣ ਦਾ, ਸਾਡੀ ਵਿਲੱਖਣ ਹਸਤੀ ਦਾ, ਸਾਡੇ 5 ਕਕਾਰਾਂ ਵਿੱਚੋਂ ਜਿਹੜੇ ਕੇਸ ਨੇ ਉਹਨਾਂ ਦੀ ਸਾਂਭ ਸੰਭਾਲ ਦਾ ਵੀ ਜਿਹੜਾ ਹੈ ਉਹ ਇੱਕ ਉਹ ਹੈ ਸਾਡਾ ਸਿੰਬਲ ਹੈ। ਤੇ ਫਿਰ ਇੰਝ ਹੀ ਆਪਾਂ ਵੇਖਦੇ ਹਾਂ 2020 ਦੇ ਵਿੱਚ 6 ਸਟੂਡੈਂਟ ਨੂੰ ਜਿਹੜਾ ਹੈ ਇੱਕ ਉਹ ਕਰ ਦਿੱਤਾ ਜਾਂਦਾ ਹੈ, ਅਸੌਲਟ ਕਰ ਦਿੱਤਾ ਜਾਂਦਾ ਹੈ। ਤੇ ਇੱਕ ਮੈਂ ਜੇ ਨਿੱਜੀ ਆਪਣਾ ਤਜਰਬਾ ਸਾਂਝਾ ਕਰਾਂ ਕਿ ਕਿਵੇਂ ਸਾਡੇ ਵਿੱਚੋਂ ਇੱਕ ਸਿੱਖ ਸਪਿਰਿਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਮੈਂ 2006-07 ਦੇ ਵਿੱਚ ਡਲਹੌਜ਼ੀ ਪਬਲਿਕ ਸਕੂਲ ਪੜ੍ਹਿਆ, ਡਲਹੌਜ਼ੀ ਦੇ ਵਿੱਚ, ਹਿਮਾਚਲ ਪ੍ਰਦੇਸ਼ ਦੇ ਵਿੱਚ, ਤੇ ਅੱਜ ਤੱਕ ਮੈਂ ਗੱਲ ਡਿਸਕਲੋਜ਼ ਨਹੀਂ ਕੀਤੀ। ਪਰ ਉੱਧਰ ਵੀ ਮੈਨੂੰ ਰੇਸਿਜ਼ਮ ਆਪਣੀ ਹੀ ਕੌਮ ਦੇ ਖਿਲਾਫ ਝੱਲਣਾ ਪਿਆ, ਜਿੱਥੇ ਕਿ ਮੈਨੂੰ ਗਲਤ ਟਰਮਨੋਲੋਜੀ ਦੇ ਨਾਲ ਬੁਲਾਇਆ ਗਿਆ, ਇੱਧਰ ਤੱਕ ਕਿ ਮੈਨੂੰ ਐਜ਼ ਅ ਜਿਹੜਾ ਟੈਰਰਿਸਟ ਜਿਹੜਾ ਲੇਬਲ ਕਰ ਦਿੱਤਾ ਗਿਆ, ਜਸਟ ਬਿਕੋਜ਼ ਮੈਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪੋਤਰਾ। ਇਸ ਕਰਕੇ ਮੈਂ ਅੰਤ ਦੇ ਵਿੱਚ ਇਹ ਕਹਿਣਾ ਚਾਹੁੰਦਾ ਹੈ ਕਿ ਆਪਾਂ ਆਪਣੇ ਸਿੱਖ ਐਜੂਕੇਸ਼ਨ ਬੋਰਡ ਦਾ ਮਸਲਾ ਵੀ ਜਿਹੜਾ ਹੈ, ਸੋ ਉਸ ਤੋਂ ਪਹਿਲਾਂ ਆਪਾਂ ਇੱਕ ਸਿੱਖ ਜਿਹੜਾ ਹੈ ਕਰਿਕੂਲਮ ਜਿਹੜਾ ਹੈ ਉਹ ਪੈਦਾ ਕਰੀਏ, ਮੁੱਢ ਤੋਂ ਲੈ ਕੇ ਉੱਚ ਵਿੱਦਿਆ ਤੱਕ ਸਾਡਾ ਜਿਹੜਾ ਸਿੱਖ ਕਰਿਕੂਲਮ ਪੰਜਾਬ ਨੂੰ ਸੈਂਟਰ ਲਾਈਨ ਰੱਖ ਕੇ ਜਾਂ ਸਿੱਖੀ ਨੂੰ ਜਿਹੜਾ ਹੈ ਸੈਂਟਰ ਦੇ ਵਿੱਚ ਰੱਖ ਕੇ ਆਪਾਂ ਨੂੰ ਚੱਲਣਾ ਚਾਹੀਦਾ ਹੈ। ਤੇ ਉਸ ਦੇ ਨਾਲ ਹੀ ਆਪਾਂ ਇੱਕ ਆਪਣੀ ਸੁਤੰਤਰ ਜਿਹੜੀ ਹੈ ਸੋਚ ਨੂੰ ਅਗਾਂਹ ਲੈ ਕੇ ਜਾ ਸਕਦੇ ਹਾਂ, ਜਾਂ ਕਹਿ ਲਓ ਆਪਣੀ ਆਜ਼ਾਦ ਹਸਤੀ ਨੂੰ ਅਗਾਂਹ ਲੈ ਕੇ ਤੇ ਦੁਨੀਆ ਦੇ ਵਿੱਚ ਅਸੀਂ ਪ੍ਰੋਗਰੈਸ ਕਰ ਸਕਦੇ ਹਾਂ। ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਦਲ ਖਾਲਸਾ ਦਾ, ਜਿਨ੍ਹਾਂ ਨੇ ਇਹ ਵੱਡਾ ਉਪਰਾਲਾ ਕੀਤਾ ਹੈ। ਇਹ ਵਕਤ ਤੋਂ ਵਕਤ ਆਪਾਂ ਨੂੰ ਇਹ ਉਪਰਾਲੇ ਸਮੇਂ ਤੋਂ ਸਮੇਂ ਇਹ ਕਰਦੇ ਰਹਿਣਾ ਚਾਹੀਦਾ ਹੈ, ਤਾਂ ਕਿ ਇੱਕ ਦੂਸਰੇ ਦੇ ਵਿਚਾਰ ਜਿਹੜੇ ਹੈ ਉਹ ਆਪਾਂ ਇੱਕ ਦੂਸਰੇ ਨਾਲ ਸਾਂਝੇ ਕਰ ਸਕੀਏ, ਤੇ ਜੇ ਪੰਜਾਬੀਆਂ ਦੀ ਆਵਾਜ਼, ਸਿੱਖਾਂ ਦੀ ਆਵਾਜ਼ ਹੈ, ਉਹ ਬਾਹਰਲੇ ਮੁਲਕਾਂ ਤੱਕ ਪਹੁੰਚਾਈ ਜਾ ਸਕੇ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।